मानस की जात सभे एक के पहचान वो। और यही साडा मोटिव है यूनाइटेड नेशन का, रिकॉग्नाइज द ह्यूमन रेस एज वन। यूनाइटेड सिक्स अस्तित्व 1999 अमेरिका छों आया जदों ट्विन टावर अटैक होया। उदों तो ये संस्था निरंतर दिन ब दिन वड्डी हुंदी जा रही है, अलग अलग क्षेत्रां च काम कर रही है। कोविड आई थिंक 23 या 25 तो यह मार्च तो काम शुरू होया। असी लंगरां दी सेवा शुरू की, क्योंकि सब तो पहला प्रॉब्लम यही हुई भी लंगर लोगों को खाण लई नहीं है। अलग ही हाँ, सानू मौत तो भी डर नहीं लगता। असी जदों किसी दी सेवा की गल आती है तो अपना आप निछावर नूं फिरदा है। ਤੁਸੀਂ देख रहे हो द TV NRI ਤੇ मैं हाँ इंद्रजीत सिंह चाल। पूरी दुनिया ਦੇ ਵਿੱਚ ਚਾਹੇ ਸਿੱਖਾਂ ਦੀ ਗਿਣਤੀ ਘੱਟ ਹੋਵੇ, ਪਰ ਇਸ ਘੱਟ ਗਿਣਤੀ ਨੇ ਵੀ ਪੂਰੀ ਦੁਨੀਆ ਦੇ ਵਿੱਚ ਆਪਣੀ ਇਸ ਤਰ੍ਹਾਂ ਦੀ ਛਾਪ ਛੱਡੀ ਹੈ ਕਿ ਅੱਜ ਜਿੱਥੇ ਵੀ ਸਿੱਖ ਜਾਂਦਾ ਹੈ ਉਸ ਦੀ ਇੱਕ ਵੱਖਰੀ ਪਹਿਚਾਣ ਹੁੰਦੀ ਹੈ। ਹਰ ਦੁਨੀਆ ਦਾ ਬਛਿੰਦਾ ਸਿੱਖ ਨੂੰ ਇੱਕ ਵੱਖਰੇ ਨਜ਼ਰੀਏ ਦੇ ਨਾਲ ਦੇਖਦਾ ਹੈ, ਇੱਕ ਉਸ ਨਜ਼ਰੀਏ ਨਾਲ ਦੇਖਦਾ ਹੈ ਜਿਸ ਤੋਂ ਇੱਕ ਸੇਵਾ ਭਾਵਨਾ ਦੀ ਮਹਿਕ ਆਉਂਦੀ ਹੈ। ਹੁਣ ਜਦੋਂ ਪੂਰੀ ਦੁਨੀਆ ਦੇ ਵਿੱਚ ਕੋਵਿਡ-19 ਨੇ ਕਹਿਰ ਮਚਾਇਆ, ਦੁਨੀਆ ਦਾ ਕੋਈ ਕੋਨਾ ਨਹੀਂ ਬਚ ਸਕਿਆ, USA ਤੱਕ ਨੂੰ ਇਹਦੀ ਸੱਟ ਵੱਜੀ। ਉਸ ਸਮੇਂ ਵਿੱਚ ਵੀ ਸਿੱਖ ਪਿੱਛੇ ਨਹੀਂ ਹਟੇ। ਗਿਣਤੀ ਚਾਹੇ ਘੱਟ ਸੀ, ਪਰ ਦੁਨੀਆ ਦੇ ਹਰ ਉਸ ਕੋਨੇ ਦੇ ਵਿੱਚ ਗਏ ਜਿੱਥੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਸੀ। तमाम ਸੰਸਥਾਵਾਂ ਇਸ ਤਰ੍ਹਾਂ ਦੇ ਕਾਰਜਾਂ ਦੇ ਵਿੱਚ ਅੱਗੇ ਆਉਂਦੀਆਂ ਨੇ, ਚਾਹੇ ਉਹ ਯੁੱਧ ਦਾ ਖੇਤਰ ਹੋਵੇ, ਸੀਰੀਆ ਜਿੱਥੇ ਚੱਲਦੀਆਂ ਗੋਲੀਆਂ ਦੇ ਵਿੱਚ ਵੀ ਸਿੱਖਾਂ ਨੇ ਆਪਣੇ ਆਪ ਨੂੰ ਸੇਵਾ ਦੇ ਰੂਪ ਵਿੱਚ ਪੇਸ਼ ਕੀਤਾ, ਸੇਵਾ ਕੀਤੀ। ਯੂਨਾਈਟਿਡ ਸਿੱਖ ਸੰਸਥਾ ਵੀ ਇੱਕ ਇਸੇ ਤਰ੍ਹਾਂ ਦੀ ਸੰਸਥਾ ਹੈ ਜੋ ਦੁਨੀਆ ਦੇ 18 ਦੇ ਕਰੀਬ ਵੱਖ-ਵੱਖ ਦੇਸ਼ਾਂ ਦੇ ਵਿੱਚ ਸੇਵਾ ਭਾਵਨਾ ਤੇ ਮਦਦ ਦਾ ਵਰਕ ਕਰਦੀ ਹੈ। ਕੋਵਿਡ-19 ਦੇ ਵਿੱਚ ਵੀ ਇਸ ਸੰਸਥਾ ਨੇ ਯੋਗ ਉਪਰਾਲੇ ਕੀਤੇ ਨੇ ਲੋਕਾਂ ਦੀ ਸੇਵਾ ਵਾਸਤੇ। ਹੁਣ ਇਹ ਸੰਸਥਾ ਕਿਵੇਂ ਹੋਂਦ ਵਿੱਚ ਆਈ, ਕਿਸ ਤਰ੍ਹਾਂ ਵਰਕ ਕਰਦੀ ਹੈ, ਕਿਸ ਸਮੇਂ ਲੋਕਾਂ ਨੂੰ ਮਦਦ ਪਹੁੰਚਾਉਂਦੀ ਹੈ, ਮਦਦ ਪਹੁੰਚਾਉਣ ਦਾ ਤਰੀਕਾ ਕੀ ਹੈ, ਇਹ ਸਾਰੇ ਜਿਹੜੀਆਂ ਗੱਲਾਂ ਉਹਨਾਂ 'ਤੇ ਅਸੀਂ ਵਿਸਥਾਰ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਰਦਾਰ ਗੁਰਪ੍ਰੀਤ ਸਿੰਘ ਸੇਠੀ ਸਾਹਿਬ। ਸੇਠੀ ਸਾਹਿਬ ਬਾਰੇ ਮੈਂ ਦੱਸ ਦਿੰਦਾ ਕਿ ਪਹਿਲਾਂ ਯੂਨਾਈਟਿਡ ਸਿੱਖ ਸੰਸਥਾ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਨੇ ਅਤੇ ਫਿਲੀਪੀਨ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਆਪਣਾ ਵਰਕ ਸ਼ੁਰੂ ਕੀਤਾ। ਉੱਥੋਂ ਜਿਹੜੇ ਸੰਸਥਾ ਦੇ ਕਾਰਜ ਚੱਲਦੇ ਨੇ ਉਹਨਾਂ ਦੀ ਜਿਹੜੀ ਦੇਖ ਰੇਖ ਇਹੋ ਹੀ ਕਰਦੇ ਨੇ। ਹੁਣ ਇਸ ਵਾਰ ਉਹ ਪੰਜਾਬ ਆਏ ਹੋਏ ਸੀ, ਉਸ ਦਰਮਿਆਨ ਕੋਵਿਡ-19 ਆਉਂਦਾ ਹੈ ਅਤੇ ਇਹ ਪੰਜਾਬ ਦੇ ਵਿੱਚ ਹੁਣ ਟੀਮ ਲੀਡਰ ਦੇ ਰੂਪ ਦੇ ਵਿੱਚ ਵਰਕ ਕਰਦੇ ਨੇ। ਇਹ ਗੱਲਬਾਤ ਕਰ ਲੈਂਦੇ ਹਾਂ। ਸੇਠੀ ਸਾਹਿਬ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੇਠੀ ਸਾਹਿਬ, ਮੇਰਾ ਪਹਿਲਾ ਸਵਾਲ ਹੈ, ਯੂਨਾਈਟਿਡ ਸਿੱਖ ਸੰਸਥਾ ਕਦੋਂ ਹੋਂਦ ਵਿੱਚ ਆਈ ਔਰ ਕਿਸ ਤਰ੍ਹਾਂ ਸੇਵਾ ਦੇ ਕਾਰਜ ਕਰਦੀ ਆ? यूनाइटेड सिक्स अस्तित्व 1999 अमेरिका छों आया जदों ट्विन टावर अटैक होया। उस वेले उत्थों दे गुरसिखां ने, जिहदे च मैं नाम लेना चाहांगा भाई हरदयाल सिंह जी, जिन्हां दे नाल काम करन दा मैनूं मौका भी मिलिया। ਉਹ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਰਲ ਕੇ ਇਹ ਸੰਸਥਾ ਆਰੰਭ ਕੀਤੀ। ਉਦੋਂ ਤੋਂ ਇਹ ਸੰਸਥਾ ਨਿਰੰਤਰ ਦਿਨ ਬ ਦਿਨ ਵੱਡੀ ਹੁੰਦੀ ਜਾ ਰਹੀ ਹੈ, ਅਲੱਗ ਅਲੱਗ ਖੇਤਰਾਂ 'ਚ ਕੰਮ ਕਰ ਰਹੀ ਹੈ। ਇਹਦੇ 3 ਮੁੱਖ ਕੇਂਦਰ ਨੇ ਜਿੱਥੇ ਅਸੀਂ ਕੰਮ ਕਰਦੇ ਹਾਂ। ਸਭ ਤੋਂ ਪਹਿਲਾਂ ਨੈਚੁਰਲ ਡਿਜ਼ਾਸਟਰ ਐਂਡ ਹਿਊਮਨ ਡਿਜ਼ਾਸਟਰ। ਸੈਕੰਡ ਲੈਜਿਸਲੇਸ਼ਨ, ਜਿਹਦੇ 'ਚ ਕਿਸੇ ਵੀ ਧਰਮ ਦੇ ਬੰਦੇ 'ਤੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ ਉਹਨੂੰ ਇਨਸਲਟ ਕੀਤਾ ਜਾਂਦਾ ਹੈ ਜਾਂ ਸਾਡੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਇਹੋ ਜਿਹਿਆਂ ਲਈ ਅਸੀਂ ਫ੍ਰੀ ਕੇਸ ਲੜਦੇ ਹਾਂ। ਸਾਡੇ ਆਪਣੇ ਲਾਇਰਸ ਨੇ, ਉਹ ਦੁਨੀਆ 'ਚ ਕਿਸੇ ਵੀ ਕੋਨੇ 'ਤੇ ਹੋਵੇ। ਸਕੂਲਾਂ 'ਚ ਸਿੱਖ ਬੱਚਿਆਂ ਨੂੰ ਜਾਂ ਧਰਮ ਦੇ ਨਾਂ 'ਤੇ ਹੀਨ ਭਾਵ ਨਾਲ ਦੇਖਿਆ ਜਾਂਦਾ, ਉੱਥੇ ਅਸੀਂ ਜਾ ਕੇ ਖੁਦ ਵਰਕ ਕਰਦੇ ਹਾਂ। ਤੀਸਰਾ ਸਾਡਾ ਖੇਤਰ ਹੈ ਐਜੂਕੇਸ਼ਨ ਦਾ, ਕਿਉਂਕਿ ਜ਼ਰੂਰਤ ਬਹੁਤ ਹੈ। ਅਨਪੜ੍ਹ ਬੰਦੇ ਦੀ ਜ਼ਿੰਦਗੀ ਹੌਲੀ ਹੌਲੀ ਅੰਧਕਾਰ 'ਚ ਪੈਂਦੀ ਜਾ ਰਹੀ ਹੈ ਔਰ ਆਉਣ ਵਾਲਾ ਸਮਾਂ ਇਹਦੀ ਇਜਾਜ਼ਤ ਨਹੀਂ ਦੇਗਾ। ਇਸ ਲਈ ਸਾਡਾ ਇਹ ਮੁੱਖ ਇੱਕ ਧਿਆਨ
ਆਪਣੇ ਵੱਲ ਆਕਰਸ਼ਿਤ ਕਰਦਿਆਂ ਹੋਇਆਂ ਅਸੀਂ ਇੱਧਰ ਕਾਫੀ ਵਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਆਉਣ ਵਾਲੇ ਭਵਿੱਖ ਨੂੰ, ਆਉਣ ਵਾਲੇ ਫਿਊਚਰ ਨੂੰ ਐਜੂਕੇਟ ਕਰ ਸਕੀਏ, ਸਮਝਾ ਸਕੀਏ ਔਰ ਆਪਣੀ ਸਿੱਖ ਵਿਰਾਸਤ ਨੂੰ ਸਾਂਭ ਸਕੀਏ। ਹੁਣ ਕੋਵਿਡ-19 ਆਇਆ, ਸਾਰੀ ਦੁਨੀਆ 'ਚ ਵਰਕ ਕੀਤਾ, ਵੱਖ-ਵੱਖ ਸੰਸਥਾਵਾਂ ਨੇ, ਤੁਹਾਡੀ ਸੰਸਥਾ ਨੇ ਵੀ ਕੀਤਾ। ਪੰਜਾਬ ਦੇ ਵਿੱਚ ਤੁਸੀਂ ਲੀਡ ਕਰਦੇ ਆ ਇਸ ਪੂਰੀ ਸੇਵਾ ਭਾਵਨਾ ਨੂੰ। ਕਿਸ ਤਰ੍ਹਾਂ ਦੀ ਇੱਥੇ ਲੋੜਾਂ ਮਹਿਸੂਸ ਹੋਈਆਂ ਤੁਹਾਨੂੰ ਔਰ ਕਿਸ ਤਰ੍ਹਾਂ ਦਾ ਵਰਕ ਕੀਤਾ ਗਿਆ? ਆਰੰਭ 'ਚ ਜਦੋਂ ਕੋਵਿਡ ਆਈ ਥਿੰਕ 23 ਜਾਂ 25 ਤੋਂ ਇਹ ਮਾਰਚ ਤੋਂ ਕੰਮ ਸ਼ੁਰੂ ਹੋਇਆ, ਅਸੀਂ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਕਿਉਂਕਿ ਸਭ ਤੋਂ ਪਹਿਲਾਂ ਪ੍ਰੋਬਲਮ ਇਹੀ ਹੋਈ ਵੀ ਲੰਗਰ ਲੋਕਾਂ ਕੋਲ ਖਾਣ ਲਈ ਨਹੀਂ ਹੈ। ਕੁਝ ਦਿਨ ਲੰਗਰ ਚੱਲਿਆ, ਫਿਰ ਮੌਸਮ ਨੇ ਪਰਤੀ ਲਈ, ਗਰਮੀ ਥੋੜ੍ਹੀ ਵਧਣੀ ਸ਼ੁਰੂ ਹੋਈ। ਗੌਰਮੈਂਟ ਵੱਲੋਂ ਇੰਸਟਰਕਸ਼ਨਸ ਆਈਆਂ ਕਿ ਹੁਣ ਤੁਸੀਂ ਪੱਕਿਆ ਰਾਸ਼ਨ ਛੱਡ ਕੇ ਅਗਰ ਗਰੋਸਰੀ ਵਗੈਰਾ ਵੱਲ ਖਿਆਲ ਦਿਓ ਤਾਂ ਜ਼ਿਆਦਾ ਵਧੀਆ, ਕਿਉਂਕਿ ਉਹ ਕੰਟੈਮੀਨੇਟ ਹੋ ਜਾਂਦਾ ਸੀ, ਖਰਾਬ ਹੋ ਜਾਂਦਾ ਸੀ ਥੋੜ੍ਹੇ ਦੇ ਸਮੇਂ ਬਾਅਦ। ਅਤੇ ਜਿਹੜੇ ਲੈ ਕੇ ਰੱਖ ਲੈਂਦੇ ਸੀ ਉਹ ਇੰਤਜ਼ਾਰ ਕਰਦੇ ਸੀ ਚੱਲ ਰਾਤ ਦਾ ਖਾਣਾ ਵੀ ਹੋ ਗਿਆ, ਕਿਤੇ ਗਲਤੀ ਨਾਲ ਕੋਈ ਖਾ ਨਾ ਲਵੇ ਉਹਨੂੰ ਅਤੇ ਉਹ ਬਿਮਾਰ ਨਾ ਹੋ ਜਾਏ, ਇਸ ਲਈ ਸੁੱਕੇ ਰਾਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਗਿਆ। ਉਸ ਤੋਂ ਬਾਅਦ ਸੁੱਕੇ ਰਾਸ਼ਨ ਦੀ ਸੇਵਾ ਕਰਦਿਆਂ ਅਸੀਂ ਆਪਣਾ ਮਾਪਦੰਡ ਰੱਖਿਆ ਸੀ, ਜਿਹਦੇ ਵਿੱਚ ਅਸੀਂ ਜਾ ਕੇ ਪਹਿਲਾਂ ਲੋਕਾਂ ਦੇ ਘਰਾਂ 'ਚ, ਉਸ ਏਰੀਏ 'ਚ ਜਾ ਕੇ ਸਰਵੇ ਕਰਦੇ ਸੀ। ਉੱਥੋਂ ਦੇ ਕਿਸੇ ਪਤਵੰਤੇ ਸੱਜਣ ਨੂੰ ਲੈ ਕੇ ਵੇਖਿਆ ਜਾਂਦਾ ਸੀ ਕਿ ਇਹ ਜ਼ਰੂਰਤਮੰਦ ਹੈ ਜਾਂ ਨਹੀਂ। ਉਹਨਾਂ ਨੂੰ ਅਸੀਂ ਸਟੱਬਸ ਦੇ ਕੇ ਆਉਂਦੇ ਸੀ। ਉਹ ਸਟੱਬਸ ਦੇ ਕੇ ਨੈਕਸਟ ਡੇ ਜਾਂ ਉਸ ਦਿਨ ਸ਼ਾਮ ਨੂੰ ਹੀ ਉਹਨਾਂ ਦੇ ਘਰ ਰਾਸ਼ਨ ਪਹੁੰਚਾਇਆ ਜਾਂਦਾ ਸੀ ਜਿਹੜੇ ਲੋੜਵੰਦ ਸੀ। ਕਈ ਵਾਰੀ ਸਾਨੂੰ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੇ ਲਾਲਚ ਦਿਖਾਇਆ, ਉੱਥੇ ਅਸੀਂ ਲੰਗਰ ਜਾਂ ਰਾਸ਼ਨ ਨਹੀਂ ਦਿੱਤਾ, ਅਤੇ ਕਈ ਵਾਰੀ ਸਾਨੂੰ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੂੰ ਬਹੁਤ ਜ਼ਰੂਰਤ ਸੀ ਅਤੇ ਉਹਨਾਂ ਨੂੰ ਅਸੀਂ ਰਾਸ਼ਨ ਦਿੱਤਾ ਵੀ। ਅਤੇ ਕਈ ਵਾਰੀ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੇ ਰਾਸ਼ਨ ਲੈਣ ਤੋਂ ਨਾ ਵੀ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸੰਪੂਰਨ ਹੈ। ਸੋ ਦੁਨੀਆ 'ਚ ਹਰ ਤਰ੍ਹਾਂ ਦੇ ਬੰਦੇ ਨੇ। ਇਹਨਾਂ ਨਾਲ ਚਲਦਿਆਂ ਸਾਡੇ ਕੋਲ ਡਾਕਟਰਸ ਦੀ, ਹੌਸਪੀਟਲਸ ਦੀ, ਐਡਮਿਨਿਸਟ੍ਰੇਸ਼ਨ ਦੀ ਵੀ ਰਿਕੁਐਸਟ ਆਈ ਕਿ PPE ਕਿੱਟਾਂ ਦੀ ਬਹੁਤ ਜ਼ਰੂਰਤ ਹੈ। ਉਸ ਵੇਲੇ ਮਿਲ ਨਹੀਂ ਸੀ ਰਹੀਆਂ ਅਤੇ ਕੋਵਿਡ-19 'ਚ ਅਸੀਂ PPE ਕਿੱਟਾਂ ਵੀ ਹਰ ਸ਼ਹਿਰ 'ਚ ਵੰਡੀਆਂ। ਤਕਰੀਬਨ 900 PPE ਕਿੱਟਾਂ ਅਤੇ ਬਾਡੀ ਸੂਟਸ, ਜਿਹਦੇ ਲਈ ਡਾਕਟਰਸ, ਪੈਰਾਮੈਡੀਕਲ ਸਟਾਫ, ਨਰਸਿਸ, ਪੁਲਿਸ ਵਾਲੇ ਜਾਂ ਉਹ ਕਰਮਚਾਰੀ ਜਿਹੜੇ ਅੱਗੇ ਵੱਧ ਕੇ ਕੋਵਿਡ-19 ਦੇ ਪੋਜ਼ੀਟਿਵ ਪੇਸ਼ੈਂਟਸ ਨੂੰ ਚੈੱਕ ਕਰਦੇ ਸੀ ਜਾਂ ਉਹਨਾਂ ਦੇ ਕੰਟੈਕਟ 'ਚ ਆਉਂਦੇ ਸੀ, ਉਹਨਾਂ ਲਈ ਇਹ ਮੁਹੱਈਆ ਕਰਵਾਈਆਂ ਗਈਆਂ। ਉਹਦੇ ਨਾਲ ਸੈਨੀਟਾਈਜ਼ਰ ਆਈ ਥਿੰਕ 15,000 ਦੇ ਕਰੀਬ ਬੋਟਲਸ ਅਸੀਂ ਸੈਨੀਟਾਈਜ਼ਰ ਦੀ ਪੰਜਾਬ 'ਚ ਵੰਡੀ ਹੈ, ਅਤੇ ਇਹਦੇ ਨਾਲ 15 ਤੋਂ 20,000 ਮਾਸਕ ਪੰਜਾਬ 'ਚ ਵੰਡੇ ਹੋਣਗੇ। ਤੁਸੀਂ ਕਾਫੀ ਦੇਸ਼ਾਂ 'ਚ ਸੇਵਾ ਕੀਤੀ ਆ। ਇੱਕ ਤਾਂ ਪਹਿਲਾ ਸਵਾਲ ਕਿ ਜਿਹੜੀ ਇਹ ਸੇਵਾ ਆ ਕਿੰਨੀ ਕੁ 'ਤੇ ਦਿੱਕਤ ਆਉਂਦੀ ਹੈ, ਭਾਸ਼ਾ ਦੀ ਦਿੱਕਤ ਜਾਂ ਹੋਰ ਉੱਥੋਂ ਦੀਆਂ ਜਿਹੜੀਆਂ ਲੋਕਲ ਪਰੇਸ਼ਾਨੀਆਂ ਹੁੰਦੀਆਂ। ਦੂਸਰਾ, ਉੱਥੋਂ ਦੇ ਜਿਹੜੇ ਦੇਸ਼ ਜਾਂ ਦੇ ਵਸਿੰਦੇ ਹੁੰਦੇ ਨੇ ਉਹ ਸਿੱਖਾਂ ਨੂੰ ਇਹ ਸੇਵਾ ਤੋਂ ਬਾਅਦ ਕਿਸ ਨਜ਼ਰੀਏ ਨਾਲ ਦੇਖਦੇ ਆ? ਦੇਖੋ ਜੀ, ਦੁਨੀਆ 'ਚ ਹਰ ਤਰ੍ਹਾਂ ਦੇ ਇਨਸਾਨ ਨੇ, ਮੁਸ਼ਕਲਾਂ ਆਉਣਗੀਆਂ ਵੀ। ਅਗਰ ਮੁਸ਼ਕਲ ਨਾ ਹੋਵੇ ਤਾਂ ਹਰ ਇਨਸਾਨ ਉੱਠ ਕੇ ਸੇਵਾ ਕਰਨੀ ਸ਼ੁਰੂ ਕਰ ਦੇਵੇ। ਸਿੱਖਾਂ ਨੂੰ ਇਹ ਸਾਡੇ ਗੁਰੂਆਂ ਤੋਂ ਹੀ ਸਮਤ ਮਿਲੀ ਹੈ ਔਰ ਉਹਨਾਂ ਨੂੰ ਇਹ ਪਤਾ ਨਹੀਂ ਕਿਵੇਂ ਦੀ ਤਾਕਤ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ 'ਚ ਭਰੀ ਹੈ। ਅਲੱਗ ਹੀ ਹਾਂ ਸਾਨੂੰ ਮੌਤ ਤੋਂ ਵੀ ਡਰ ਨਹੀਂ ਲੱਗਦਾ। ਅਸੀਂ ਜਦੋਂ ਕਿਸੇ ਦੀ ਸੇਵਾ ਦੀ ਗੱਲ ਆਉਂਦੀ ਹੈ ਅਤੇ ਆਪਣਾ ਆਪ ਨਿਛਾਵਰ ਨੂੰ ਫਿਰਦੇ ਹਾਂ। ਸੀਰੀਆ, ਜਿੱਥੇ 12 ਸਾਲ ਤੋਂ ਤਕਰੀਬਨ ਜੰਗ ਲੱਗੀ ਹੋਈ, 13 ਸਾਲ ਤੋਂ ਗੋਲੀਆਂ ਚੱਲਦੀਆਂ, ਮੈਨੂੰ ਮੌਕਾ ਮਿਲਿਆ। ਸਰਦਾਰਾਂ ਦੀ ਇੱਕੋ ਹੀ ਇਹ ਸੰਸਥਾ ਹੈ ਜਿਹਨੂੰ ਇਹ ਸੀਰੀਆ 'ਚ ਜਾਣ ਦਾ ਅੰਦਰ ਮੌਕਾ ਮਿਲਿਆ ਔਰ ਮੈਂ ਗੋਲੀਆਂ ਚਲਦੀਆਂ 'ਚ ਉੱਥੇ ਸੇਵਾ ਕੀਤੀ ਹੈ। ਖੁਦ ਅੱਖੀਂ ਬੰਦੇ ਮਰਦੇ ਦੇਖੇ ਨੇ, ਮੇਰੇ ਸਾਹਮਣੇ ਗੋਲੀਆਂ ਚੱਲ ਰਹੀਆਂ, ਮੇਰੇ ਨਜ਼ਦੀਕ ਤੋਂ ਗੋਲੀਆਂ ਨਿਕਲ ਗਈਆਂ ਕਈ ਵਾਰ, ਪਰ ਫਿਰ ਵੀ ਸੇਵਾ ਚੱਲ ਰਹੀ ਸੀ। ਅਤੇ ਜਿੱਦਾਂ ਤੁਸੀਂ ਪੁੱਛਿਆ ਕਿ ਉੱਥੋਂ ਦੇ ਬਛਿੰਦੇ, ਜਦ ਮੈਂ ਗਿਆ ਸੀ ਤਾਂ ਸਭ ਤੋਂ ਪਹਿਲਾ ਕੁਐਸਚਨ ਸੀਗਾ, ਤੁਹਾਨੂੰ ਪਤਾ ਇੱਥੇ ਜੰਗ ਕਾਹਦੀ ਲੱਗੀ ਹੈ? ਮੈਂ ਕਿਹਾ ਹਾਂ। ਨਹੀਂ, ਕਹਿੰਦਾ ਸ਼ਾਇਦ ਤੁਹਾਨੂੰ ਪਤਾ ਨਹੀਂ,
ਅਸੀਂ ਆਪਸ 'ਚ ਦੋ ਮੁਸਲਮਾਨ ਲੜ ਰਹੇ ਹਾਂ ਕਿ ਸਾਡੇ 'ਚ ਵਧੀਆ ਮੁਸਲਮਾਨ ਕੌਣ ਹੈ। ਤੁਸੀਂ ਤੇ ਮੁਸਲਮਾਨ ਹੀ ਨਹੀਂ, ਤੁਸੀਂ ਕਿੱਥੋਂ ਆ ਗਏ ਵਿੱਚ। ਫਿਰ ਮੈਂ ਉਹਨਾਂ ਨੂੰ ਗੁਰੂ ਨਾਨਕ ਦਾ ਫਲਸਫਾ ਦੱਸਿਆ, ਹਿਊਮਨ ਕੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ, ਔਰ ਇਹੀ ਸਾਡਾ ਮੋਟਿਵ ਹੈ ਯੂਨਾਈਟਿਡ ਨੇਸ਼ਨ ਦਾ, ਰੈਕੋਗਨਾਈਜ਼ ਦਾ ਹਿਊਮਨ ਰੇਸ ਐਜ਼ ਵਨ। ਅਤੇ ਇਸੇ ਫਲਸਫੇ ਨੂੰ ਲੈ ਕੇ ਅਸੀਂ ਚੱਲਦੇ ਹਾਂ। ਜਦੋਂ ਮੈਂ ਇਹਨਾਂ ਨੂੰ ਸਮਝਾਇਆ, ਪਹਿਲਾਂ ਤਾਂ 2-4 ਦਿਨ ਕੋਈ ਰੰਜਿਸ਼ ਰਹੀ, ਬਟ ਜਦੋਂ ਉਹਨਾਂ ਨੇ ਸਾਡੀ ਕਾਰਜਸ਼ੈਲੀ ਦੇਖੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਅਸੀਂ ਇਨਸਾਨੀਅਤ ਦੀ ਖਿਦਮਤ ਕਰਨ ਆਏ ਹਾਂ, ਨਾ ਕਿ ਕਿਸੇ ਪਰਟੀਕੂਲਰ ਧਰਮ ਦੀ। ਸਾਡੇ ਲਈ ਜਦੋਂ ਅਸੀਂ ਸੇਵਾ ਕਰਦੇ ਹਾਂ, ਅਸੀਂ ਭਾਈ ਕਨ੍ਹਈਆ ਜੀ ਹੁੰਦੇ ਹਾਂ। ਸਾਨੂੰ ਨਹੀਂ ਪਤਾ ਹੁੰਦਾ ਉਹਦਾ ਮਜ਼ਹਬ ਕੀ ਹੈ, ਸਾਨੂੰ ਨਹੀਂ ਪਤਾ ਹੁੰਦਾ ਉਹਦਾ ਰੰਗ ਰੂਪ ਕੀ ਹੈ, ਸਾਨੂੰ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਅਤੇ ਅਸੀਂ ਉਹਦੀ ਸੇਵਾ ਕਰਦੇ ਹਾਂ। ਹੁਣ ਜਿੰਨੀ ਸੰਸਥਾਵਾਂ ਬਹੁਤ ਨੇ ਦੁਨੀਆ ਦੇ ਵਿੱਚ, ਕਿਉਂਕਿ ਕਈ ਪਹਿਲਾਂ ਤੋਂ ਵਰਕ ਕਰਦੀਆਂ, ਫਿਰ ਵਾਧਾ ਵੀ ਹੋ ਰਿਹਾ ਸੰਸਥਾਵਾਂ ਵਿੱਚ, ਕਈ ਛੱਡ ਵੀ ਜਾਂਦੀਆਂ ਨੇ ਕੰਮ, ਅਤੇ ਫੰਡਿੰਗ ਇੱਕ ਮੁੱਖ ਮੁੱਦਾ ਹੁੰਦਾ ਕਿ ਫੰਡਿੰਗ ਕਿੱਥੋਂ ਆਉਂਦੀ ਸੰਸਥਾਵਾਂ ਨੂੰ, ਕਿਉਂਕਿ ਵਰਕ ਤਾਂ ਹੋ ਜੂ, ਪਰ ਉਹਦੀ ਫੰਡਿੰਗ ਚਾਹੀਦੀ। ਫੰਡਿੰਗ ਕਿੱਥੋਂ ਆਉਂਦੀ? ਅਗਰ ਤੁਹਾਡੀ ਨੀਅਤ ਸਾਫ਼ ਹੈ ਔਰ ਅਗਰ ਗੁਰੂ ਜੀ ਦਾ ਕੋਟ ਆਸਰਾ ਲੈ ਕੇ ਤੁਸੀਂ ਚੱਲੇ ਹੋ ਅਤੇ ਘਾਟਾ ਕਦੀ ਨਹੀਂ ਪਿਆ। ਤੁਸੀਂ ਅੱਜ ਤੱਕ ਦੇਖਿਆ ਗੁਰੂ ਘਰਾਂ 'ਚ ਕਦੀ ਲੰਗਰ ਦੀ ਸਮਾਪਤੀ ਹੋਈ ਹੋਵੇ? ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ, ਜਿਹੜਾ ਪੂਰੀ ਦੁਨੀਆ 'ਚ ਇਸ ਵੇਲੇ ਚੱਲ ਰਿਹਾ। ਅਤੇ ਉਵੇਂ ਹੀ ਅਸੀਂ ਸੱਚੇ ਔਰ ਇਮਾਨਦਾਰ ਦਿਲ ਨਾਲ ਸੇਵਾ ਕਰ ਰਹੇ ਹਾਂ। ਅੱਜ ਤੱਕ ਕਦੀ ਫੰਡਿੰਗ ਦਾ ਘਾਟਾ ਨਹੀਂ ਹੋਇਆ। ਹਾਂ, ਜ਼ਰੂਰਤ ਹਮੇਸ਼ਾ ਰਹੀ ਹੈ, ਅਗਰ ਹੋਰ ਹੋਵੇ ਹੋਰ ਚੰਗਾ ਕਰ ਸਕੀਏ। ਔਰ ਮੈਂ ਅਪੀਲ ਵੀ ਕਰਦਾ, ਜਿੰਨਾ ਵੀ ਇਹ ਕੰਮ ਕੀਤਾ ਜਾਂਦਾ ਹੈ, ਇਹ ਸੰਸਾਰ ਦੇ ਦਿੱਤੇ ਹੋਏ ਦਸਵੰਧ ਨਾਲ ਹੀ ਕੀਤਾ ਜਾਂਦਾ, ਤੁਹਾਡੇ ਦਿੱਤੇ ਹੋਏ ਦਸਵੰਧ ਨਾਲ ਹੀ ਕੀਤਾ ਜਾਂਦਾ। ਤੁਹਾਡੇ NRI ਚੈਨਲ ਦੇ ਥਰੂ ਮੈਂ ਸੰਗਤਾਂ ਨਾਲ ਮੁਖਾਤਿਬ ਹੋ ਕੇ ਉਹਨਾਂ ਨੂੰ ਇਹ ਕਹਿਣਾ ਚਾਹੂੰਗਾ, ਤੁਹਾਡਾ ਦਿੱਤਾ ਹੋਇਆ ਜਿਹੜਾ ਇਹ ਦਾਨ ਹੈ, ਤੁਹਾਡਾ ਦਿੱਤਾ ਹੋਇਆ ਦਸਵੰਧ ਹੈ, ਉਹ ਵੇਖੋ ਕਿੱਥੇ ਲੱਗਦਾ ਹੈ। ਵਿਜ਼ਿਟ ਕਰੋ www.unitedsikh.org, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਸੀਂ ਕਿੱਥੇ ਕੀ ਕੰਮ ਕਰ ਰਹੇ ਹਾਂ, ਔਰ ਤੁਹਾਡਾ ਦਸਵੰਧ ਕਿਵੇਂ ਅਸੀਂ ਦੰਦਾਂ ਨਾਲ ਫੜ ਕੇ ਲਗਾਉਂਦੇ ਹਾਂ। ਇੱਕ ਨਹੀਂ, ਹਜ਼ਾਰਾਂ ਤਰ੍ਹਾਂ ਦੀਆਂ ਪ੍ਰੋਬਲਮਸ ਸਾਡੇ ਕੋਲ ਆਉਂਦੀਆਂ ਨੇ, ਕਿਸੇ ਦੀ ਪੜ੍ਹਾਈ ਦੀ, ਕਿਸੇ ਦੀ ਮੈਡੀਕਲ ਦੀ, ਕਿਸੇ ਦੀ ਬਿਰਧ ਅਵਸਥਾ ਦੀ, ਕਿਸੇ ਦੇ ਕੇਸਿਸ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਹਰ ਇਨਸਾਨ ਨੂੰ ਅਸੀਂ ਚੰਗੀ ਤਰ੍ਹਾਂ ਉਹਦਾ ਸੋਲਿਊਸ਼ਨ ਕਰਕੇ ਦਈਏ। ਹੁਣ ਇਸ ਵੇਲੇ ਅਫਗਾਨ ਸਿੰਘਾਂ ਦੀ ਗੱਲ ਚੱਲ ਰਹੀ ਹੈ, ਉੱਥੇ ਵੀ ਯੂਨਾਈਟਿਡ ਸਿੱਖਸ ਪੂਰੀ ਹੈਲਪ ਕਰ ਰਹੀ ਹੈ। ਪਿੱਛੇ ਜੇ ਬੰਗਲਾਦੇਸ਼ 'ਚ ਹੜ੍ਹ ਆਏ ਸੀ, ਯੂਨਾਈਟਿਡ ਸਿੱਖਸ ਉੱਥੇ ਵੀ ਸੀ। ਮਲੇਸ਼ੀਆ 'ਚ, ਇੰਡੋਨੇਸ਼ੀਆ 'ਚ, ਕੀਨੀਆ 'ਚ, ਪਾਕਿਸਤਾਨ 'ਚ, ਯੂਰਪ 'ਚ, ਫਰਾਂਸ, ਆਸਟ੍ਰੇਲੀਆ ਦੀ ਜਦੋਂ ਅੱਗ ਲੱਗੀ ਸੀ, ਯੂ ਨੇਮ ਇਟ, ਜਿੱਥੇ ਵੀ ਨੈਚੁਰਲ ਡਿਜ਼ਾਸਟਰ ਹੋਇਆ, ਯੂਨਾਈਟਿਡ ਸਿੱਖ ਅੱਗੇ ਆਈ ਹੈ, ਵੱਧ ਚੜ੍ਹ ਕੇ ਉਹਨਾਂ ਨੇ ਸੇਵਾ ਕੀਤੀ ਹੈ। ਔਰ ਪਰਮਾਤਮਾ ਦਾ ਆਸ਼ੀਰਵਾਦ, ਵਾਹਿਗੁਰੂ ਦਾ ਆਸ਼ੀਰਵਾਦ ਹਮੇਸ਼ਾ ਹੀ ਸਾਡੇ ਸਿਰ 'ਤੇ ਰਿਹਾ। ਔਰ ਇਹ ਸੰਸਥਾ। ਪਰ ਇੱਕ ਸਵਾਲ ਹੋ ਰਿਹਾ ਮੇਰੇ ਅੰਦਰ ਕਿ ਇੰਨੀ ਸੇਵਾ ਕਰਦੇ ਸਿੱਖ ਪੂਰੀ ਦੁਨੀਆ ਦੇ ਵਿੱਚ, ਤੁਹਾਡੀ ਸੰਸਥਾ, ਹੋਰ ਵੀ ਸੰਸਥਾਵਾਂ, ਪਰ ਫਿਰ ਵੀ ਸਿੱਖਾਂ ਦੇ ਉੱਪਰ ਜਿਹੜੇ ਅਟੈਕ ਆ, ਉਹਨਾਂ ਦੇ ਉੱਪਰ ਨਿੱਜੀ ਅਟੈਕ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਉੱਪਰ ਅਟੈਕ, ਚਾਹੇ ਦੇਸ਼ ਹੋਵੇ ਚਾਹੇ ਵਿਦੇਸ਼ ਹੋਵੇ, ਉਹ ਘਟਣ ਦੀ ਬਜਾਏ ਗਿਣਤੀ ਵੱਧ ਰਹੀ ਹੈ। ਅਫਗਾਨਿਸਤਾਨ 'ਚ ਵੀ ਤੁਸੀਂ ਪਿੱਛੇ ਦੇਖਿਆ, ਪਾਕਿਸਤਾਨ 'ਚ ਵੀ ਦੇਖਿਆ। ਇਸ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਵੀ ਜੀ, ਇਸ ਨਜ਼ਰੀਏ 'ਤੇ ਮੈਂ ਕਮੈਂਟ ਕਰਨਾ ਠੀਕ ਨਹੀਂ ਸਮਝੂੰਗਾ, ਕਿਉਂਕਿ ਮੈਂ ਬੜੀ ਛੋਟੀ ਜਿਹੀ ਪੋਸਟ 'ਤੇ ਹਾਂ ਇਸ ਵੇਲੇ। ਪੰਜਾਬ ਗਰੁੱਪ ਲੀਡਰ ਹਾਂ ਕੋਵਿਡ-19 ਦਾ। ਇਹ ਜਿਹੜਾ ਮੁੱਦਾ ਹੈ, ਮੈਂ ਆਪਣੇ ਸੀਨੀਅਰਸ ਜਿਹੜੇ ਡਾਇਰੈਕਟਰਸ ਹੈ ਇੰਡੀਆ ਦੇ ਜਾਂ ਡਾਇਰੈਕਟਰਸ ਹੈ ਇੰਟਰਨੈਸ਼ਨਲ, ਉਹਨਾਂ 'ਤੇ ਸਿੱਟਾਂਗਾ, ਕਿਉਂਕਿ ਪੋਲੀਟੀਕਲ ਤੁਹਾਡਾ ਜਿਹੜਾ ਕੁਐਸਚਨ ਹੈ ਪੋਲੀਟੀਕਲ ਹੈ। ਨਹੀਂ, ਕੁਐਸਚਨ ਮੇਰਾ ਪੋਲੀਟੀਕਲ ਨਹੀਂ, ਮੇਰਾ ਕੁਐਸਚਨ ਇਹ ਹੈ ਕਿਉਂਕਿ ਤੁਸੀਂ ਉੱਥੇ ਉਸ ਅਸਥਾਨਾਂ 'ਤੇ ਗਏ, ਅਫਗਾਨਿਸਤਾਨ 'ਚ ਵੀ ਗਏ, ਉਹਨਾਂ ਨਾਲ ਨਜ਼ਦੀਕੀ ਤੁਹਾਡੇ ਗੱਲਬਾਤ ਹੋਈ, ਕੀ ਦੱਸਦੇ ਕਿ ਇਹਦੇ ਪਿੱਛੇ ਕਾਰਨ ਕਿਉਂ ਹੁੰਦਾ ਇਸ ਤਰ੍ਹਾਂ ਦਾ, ਕਿ ਉੱਥੋਂ ਦੇ ਨਿੱਜੀ ਕੋਈ ਉਹਨਾਂ ਦੀ ਰੰਜਿਸ਼ਾਂ ਹੁੰਦੀਆਂ ਜਾਂ ਕੋਈ ਵਿਸ਼ਵ ਲੈਵਲ 'ਤੇ ਕੋਈ ਇਸ ਤਰ੍ਹਾਂ ਦਾ ਇਹਦਾ ਕਾਰਨ ਹੁੰਦਾ? ਦੇਖੋ ਜੀ, ਵਿਸ਼ਵ ਲੈਵਲ 'ਤੇ ਕਾਰਨ ਤਾਂ ਕੋਈ ਨਹੀਂ,
क्योंकि मानस की जात सभे के पहचान वो, और ਕਿਸੇ ਵੀ ਧਰਮ 'ਚ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਦੂਸਰੇ ਧਰਮ ਵਾਲੇ ਨੂੰ ਕੁੱਟੋ, ਮਾਰੋ ਜਾਂ ਉਹਦਾ ਕਤਲ ਕਰ ਦਿਓ। ਸਾਡੇ ਕੁਝ ਪੋਲੀਟੀਕਲ ਬੰਦੇ, ਕੁਝ ਧਾਰਮਿਕ ਆਗੂ ਆਪਣੀ ਸਿਆਸਤ ਦੀ ਅੱਗ ਸੇਕਦੇ ਆ ਔਰ ਗਲਤ ਗੁੰਮਰਾਹ ਕਰਦੇ ਆ। ਮੈਂ ਸੀਰੀਆ 'ਚ ਰਹਿ ਕੇ ਵੀ ਉੱਥੋਂ ਆਇਆ ਅਤੇ ਉੱਥੋਂ ਦੇ ਕਈ ਵਛਿੰਦਿਆਂ ਦਾ ਅੱਜ ਵੀ ਮੈਨੂੰ ਧੰਨਵਾਦ ਦੇ ਸੁਨੇਹੇ ਆਉਂਦੇ ਆ ਬਾਈ ਵਟਸਐਪ। ਮੇਰੇ ਨਾਲ ਜਿਨ੍ਹਾਂ ਨੇ ਉੱਥੇ ਕੰਮ ਕੀਤਾ ਉਹ ਅੱਜ ਵੀ ਵੇਟ ਕਰਦੇ ਆ ਕਿ ਅਸੀਂ ਸ਼ਾਇਦ ਦੁਬਾਰਾ ਜਾ ਕੇ ਉੱਥੇ ਕੰਮ ਕਰੀਏ। ਜਿਹੜਾ ਵਿੱਚ ਇੱਕ ਸਵਾਲ ਹੋਰ ਕਿ ਜਿੱਦਾਂ ਤੁਸੀਂ ਕਿਸੇ ਮੰਨ ਲਓ ਸੀਰੀਆ 'ਚ ਵਰਕ ਲਈ ਜਾਂਦੇ, ਜਿਹੜੇ ਵਲੰਟੀਅਰ ਆ ਇੱਥੋਂ ਇਹ ਜਿਹੜੇ ਸਿੱਖ ਹੁੰਦੇ ਆ ਜਾਂ ਉੱਥੋਂ ਦੇ ਲੋਕਲ ਵਲੰਟੀਅਰ ਵੀ ਫਿਰ ਨਾਲ ਟੁੱਟ ਜਾਂਦੇ? ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਹਾਂ ਮੋਸਟਲੀ 2 ਜਾਂ 3 ਹੀ ਗੁਰਸਿੱਖ ਜਾਂਦੇ ਆ, ਬਾਕੀ ਵਲੰਟੀਅਰਸ ਅਸੀਂ ਲੋਕਲ ਹੀ ਲੈਂਦੇ ਹਾਂ ਕਿਉਂਕਿ ਇੰਨਾ ਖਰਚਾ ਆਰਗੇਨਾਈਜੇਸ਼ਨ 'ਤੇ ਪਾ ਕੇ ਜਾਂ ਇਹ ਪੈਸਾ ਖਰਾਬ ਕਰਨ ਲਈ ਵੀ ਅਸੀਂ ਇੱਥੇ 25 ਜਣੇ ਗੁਰਸਿੱਖ ਇਕੱਠੇ ਹੋ ਜਾਈਏ ਸਿਰਫ ਇਹ ਦਿਖਾਉਣ ਲਈ ਵੀ ਇਹ ਗੁਰਸਿੱਖ ਸੇਵਾ ਕਰ ਰਿਹਾ ਨਹੀਂ। ਗੁਰਸਿੱਖ ਇੱਕ ਹੀ ਕਾਫੀ ਹੈ, 1.25 ਲੱਖ ਹੀ ਕਾਫੀ ਹੈ। ਔਰ ਉਹ ਆਪਣੀ ਟੀਮ ਬਣਾ ਕੇ ਜਦੋਂ ਵਰਕ ਕਰਦਾ ਹੈ, ਉੱਥੋਂ ਦੇ ਲੋਕਲ ਵਛਿੰਦਿਆਂ ਨੂੰ ਨਾਲ ਜੋੜਦਾ ਹੈ, ਉਹਦੇ ਨਾਲ ਸਾਨੂੰ ਇੱਕ ਫਾਇਦਾ ਇਹ ਵੀ ਹੁੰਦਾ, ਉਹਨਾਂ ਨੂੰ ਸਾਡੇ ਬਾਰੇ ਪਤਾ ਲੱਗਦਾ ਕਿ ਅਸੀਂ ਸਿਰਫ ਕਿਸੇ ਧਰਮ ਦੀ ਜਾਂ ਕਿਸੇ ਹੋਰ ਦੀ ਸੇਵਾ ਕਰਨ ਨਹੀਂ ਆਏ, ਜਾਂ ਸਾਡਾ ਮੋਟਿਵ ਇਹ ਨਹੀਂ ਹੈ ਕਿ ਅਸੀਂ ਆਪਣੇ ਹੀ ਆ ਕੇ ਦਿਖਾਉਣਾ ਹੈ। ਉਹਨਾਂ ਨੂੰ ਪਤਾ ਲੱਗਦਾ ਵੀ ਅਸੀਂ ਕਿਵੇਂ ਸੇਵਾ ਕਰਦੇ ਹਾਂ, ਉਹਨਾਂ ਨੂੰ ਪਤਾ ਲੱਗਦਾ ਕਿ ਇਹ ਸਾਡੀ ਸੇਵਾ ਕਰ ਰਹੇ ਹੈ। ਔਰ ਉਹਨਾਂ ਨੂੰ ਆਰਗੇਨਾਈਜੇਸ਼ਨ ਦੇ ਅੰਦਰ ਦਾ ਜਦੋਂ ਪਤਾ ਲੱਗਦਾ ਵੀ ਅਸੀਂ ਸੱਚੇ ਮਨ ਨਾਲ ਸੇਵਾ ਕਰਦੇ ਹਾਂ, ਗੁਰਸਿੱਖੀ ਦਾ ਇਹ ਫਲਸਫਾ ਗੁਰੂਆਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ, ਉਹਦੇ 'ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਤੇ ਦੈਨ ਉਹ ਸਾਡੀ ਇੱਜ਼ਤ ਮਾਨ ਸਤਿਕਾਰ 'ਚ ਵਾਧਾ ਹੁੰਦਾ ਅਤੇ ਗੁਰੂ ਜੀ ਦੀ ਪ੍ਰਸ਼ੰਸਾ 'ਚ ਵਾਧਾ ਹੁੰਦਾ। ਸੇਵਾ ਪੂਰੀ ਬਹੁਤ ਹੋ ਰਹੀ ਹੈ, ਬਹੁਤ ਤੁਹਾਡੀ ਸੰਸਥਾ ਵੱਲੋਂ ਸੇਵਾ ਕੀਤੀ ਜਾਂਦੀ, ਹੋਰ ਵੀ ਕਰਦੀਆਂ, ਪਰ ਕਈ ਲੋਕ ਇੱਦਾਂ ਦੇ ਨੇ ਫਿਰ ਸਵਾਲ ਚੱਕ ਦਿੰਦੇ ਨੇ ਕਿ ਇਹ ਜਿਹੜਾ ਸਾਰਾ ਇਹ ਫੰਡਿੰਗ ਲੈਣ ਨੂੰ ਹੋ ਰਿਹਾ, ਤੁਹਾਡੇ 'ਤੇ ਵੀ ਸੁਣਿਆ ਹੋਣਾ ਤੁਸੀਂ ਵੀ, ਉਦੋਂ ਫਿਰ ਕਿੱਦਾਂ ਦਾ ਲੱਗਦਾ? ਜੀ ਬੁਰਾ ਨਹੀਂ ਲੱਗਦਾ ਕਿਉਂਕਿ ਇਨਸਾਨ ਦੀ ਫਿਤਰਤ ਹੈ, ਜਿਹੜਾ ਕੁਛ ਨਹੀਂ ਕਰੇਗਾ ਉਹ ਕੁਛ ਨਾ ਕੁਛ 'ਤੇ ਬੈਠਾ ਕਰੇਗਾ, ਇਲਜ਼ਾਮ ਵੀ ਲਾਏਗਾ। ਉਹਨਾਂ ਨੂੰ ਕਹੋ ਤੁਸੀਂ ਆਓ ਆਰਗੇਨਾਈਜੇਸ਼ਨ 'ਚ ਦੇਖੋ, ਆ ਕੇ ਦੇ ਅਕਾਊਂਟਸ ਲਵੋ, ਪਤਾ ਕਰਨ ਦੀ ਕੋਸ਼ਿਸ਼ ਕਰੋ। ਘਰ ਬੈਠਾ ਬੰਦਾ ਬੜੇ ਸਵਾਲ ਕਰਦਾ ਹੈ, ਬੰਦਾ ਤਾਂ ਰੱਬ 'ਤੇ ਵੀ ਸਵਾਲ ਕਰ ਦਿੰਦਾ ਹੈ। ਗੁਰੂ ਨਾਨਕ ਨੂੰ ਵੀ ਭੂਤਨਾ ਕਹਿ ਦਿੱਤਾ ਸੀ ਨਾ, ਵੱਟੇ ਵੀ ਮਾਰੇ। ਅਤੇ ਪੂਰੀ ਦੁਨੀਆ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਕਿਉਂਕਿ ਹਰ ਤਰ੍ਹਾਂ ਦੀ ਬਿਰਤੀ ਦਾ ਇਨਸਾਨ ਹੈ। ਸਾਡਾ ਕੰਮ ਹੈ ਗੁਰੂ ਜੀ ਦੇ ਹੁਕਮ 'ਤੇ ਅਸੀਂ ਆਪਣੇ ਜਿਹੜਾ ਵਰਕ ਹੈ ਉੱਤੇ ਕੰਮ ਕਰਦੇ ਰਹੀਏ। ਔਰ ਗੁਰਸਿੱਖ ਨੂੰ ਗੁਰੂ ਗ੍ਰੰਥ ਸਾਹਿਬ 'ਚ ਪੰਨਾ 522 'ਤੇ 5ਵੇਂ ਪਾਤਸ਼ਾਹ ਹੁਕਮ ਦਿੰਦੇ ਨੇ, ਉਦਮ ਕਰੇਂਦਿਆਂ ਜਿਉ ਤੂੰ ਕਮਾਉਂਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭ ਮਿਲ, ਨਾਨਕ ਉਤਰੀ ਚਿੰਤ। ਜਿਹੜਾ ਬੋਲਦਾ ਉਹਨੂੰ ਬੋਲਣ ਲੈਣ ਦਿਓ, ਜਿਹਨੇ ਜਿਹੋ ਜਿਹਾ ਕਰਮ ਕਰਨਾ ਉਹਨੂੰ ਕਰ ਲੈਣ ਦਿਓ। ਤੁਸੀਂ ਆਪਣੇ ਹਿਸਾਬ ਨਾਲ ਚੰਗੇ ਕਰਮਾਂ ਵੱਲ ਚੱਲੋ, ਚੰਗੇ ਕੰਮਾਂ ਸਰਾਹੋ, ਚੰਗੇ ਕੰਮਾਂ ਵੱਲ ਧਿਆਨ ਦਿਓ ਅਤੇ ਉਹ ਕਰੋ। ਸੇਠੀ ਸਾਹਿਬ, ਸਾਡੀ ਜੇ ਕੌਮ ਦੀ ਗੱਲ ਕਰੀਏ ਜਾਂ ਸਾਡੀ ਜਿਹੜਾ ਸੱਭਿਆਚਾਰ ਆ ਉਹਦਾ ਜਿਹੜਾ ਦਿਨੋਂ ਦਿਨ ਉਹਦਾ ਨਿਗਾਰ ਆਉਣਾ ਚਾਹੀਦਾ, ਉਹਦੇ ਵਿੱਚ ਹੇਠਾਂ ਡਿੱਗਦਾ ਜਾ ਰਿਹਾ, ਨੌਜਵਾਨ ਪੀੜ੍ਹੀ ਗਲਤ ਰਸਤੇ 'ਤੇ ਤੁਰਦੀ ਆ, ਕਿ ਉਸ ਨੂੰ ਬਚਾਉਣ ਵਾਸਤੇ ਕੋਈ ਸੰਸਥਾ ਅੱਗੇ ਆ ਸਕਦੀ ਤੁਹਾਡੀ? ਜੀ ਹਾਂ, ਕੁਛ ਕੁ ਕੰਮ ਕਰਨੇ ਚਾਹੀਦੇ ਨੇ। ਗੁਰਸਿੱਖਾਂ ਨੂੰ ਅੱਜ ਡੇਰਾਵਾਦ ਨੇ ਸਾਨੂੰ ਮਾਰਿਆ ਹੋਇਆ, ਡੇਰਾਵਾਦ ਕਰਕੇ, ਪਰ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ। ਬਸ ਉਹੀ ਅਸੀਂ 2-3 ਚੀਜ਼ਾਂ ਲੈ ਕੇ ਹੀ ਬਹਿ ਗਏ। ਉਹਦੇ ਵਾਲ ਰੱਖੇ, ਉਹਦੇ ਸ਼ਸਤਰ ਪਾਏ, ਉਹਨੇ ਗੁਰੂ ਦਾ ਰੂਪ ਧਾਰਿਆ ਹੋਇਆ। ਬਸ ਗੱਲ ਸੀ ਅੰਦਰ ਅੱਗ ਲਾਉਣ ਦੀ, ਗੱਲ ਸੀ ਗੁਰਸਿੱਖੀ ਨੂੰ ਸਮਝਣ ਦੀ, ਗੱਲ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਉਹਨੂੰ ਵਿਚਾਰਨ ਦੀ। ਹੁਣ ਤੇ ਰੁਮਾਲੇ ਪਾ ਕੇ ਗੁਰੂ ਸਾਹਿਬ ਦੇ ਹੱਥ ਮੱਥਾ ਟੇਕ ਕੇ ਪੜ੍ਹਨਾ ਨਹੀਂ, ਪੜ੍ਹੋ, ਸਮਝੋ ਅਤੇ ਵਿਚਾਰੋ, ਫਿਰ ਗੁਰੂ ਦਾ ਗਿਆਨ ਮਿਲੇਗਾ। ਅਸੀਂ ਗੁਰੂ ਨੂੰ ਦੂਰ ਕਰ ਲਿਆ ਅਤੇ ਬਾਕੀ ਕੰਮਾਂ ਨੂੰ ਲਾਗੇ ਕਰ ਲਿਆ। ਜਿਹੜੀਆਂ ਪਰੰਪਰਾਵਾਂ ਉਹ ਦੁਨਿਆਵੀ ਪਰੰਪਰਾਵਾਂ,
वो गुरु की परंपरा नहीं सी। गुरु की परंपरा गुर शब्द है। गुर शब्द जिहड़ी है वो गुरु ग्रंथ साहब च लिखिਆ। गुरु ग्रंथ साहब नूं पढ़ना है तो गुरु ग्रंथ साहब नूं विचारना है तो फिर उन्होंने इंप्लीमेंट करना है अपने लाइफ ते। जपजी साहब नूं पढ़ो तो जपजी साहब नूं इंप्लीमेंट करो। ਅਸੀਂ रोज़ दोहा पढ़ते हैं, पवन गुरु पानी पिता माता धरत मात। ਤੁਸੀਂ ਮੈਨੂੰ ਦੱਸੋ ਕਿੰਨਾ ਕੁ ਪਾਣੀ ਸਾਫ਼ ਕੀਤਾ ਅਸੀਂ ਤੇ ਬਾਬੇ ਨਾਨਕ ਦੀ ਵਹੀਂ ਦਾ ਛੱਪੜ ਬਣਾਤਾ ਸੀ। ਕਿੰਨੇ ਕੁ ਵ੍ਰਿਕਸ਼ ਅਸੀਂ ਲਾਏ ਹਵਾ ਨੂੰ ਸ਼ੁੱਧ ਕਰਨ ਲਈ, ਕਦੀ ਸੋਚਿਆ ਹੀ ਨਹੀਂ। ਬਸ ਉਹ ਇੱਕ ਪਰੰਪਰਾ ਬਣੀ ਹੈ, ਪੜ੍ਹੀ ਜਾਣਾ, ਪੜ੍ਹ ਪੋਥੀ ਲੱਦੀਆਂ। ਪੜ੍ਹਨ ਨਾਲ ਨਹੀਂ ਵੀਰ ਜੀ, ਵਿਚਾਰਨ ਨਾਲ ਔਰ ਉੱਤੇ ਇੰਪਲੀਮੈਂਟ ਕਰਨ ਨਾਲ ਹੀ ਜ਼ਿੰਦਗੀ ਸੁਧਰੇਗੀ ਔਰ ਗੁਰੂ ਦਾ ਫਲਸਫਾ ਮਿਲੇਗਾ। ਬਹੁਤ ਬਹੁਤ ਧੰਨਵਾਦ ਸੇਠੀ ਸਾਹਿਬ। ਤੇ ਗੁਰਪ੍ਰੀਤ ਸਿੰਘ ਜੀ ਸੇਠੀ ਸਾਹਿਬ ਜੀ ਯੂਨਾਈਟਿਡ ਸਿੱਖ ਸੰਸਥਾ ਤੋਂ ਦੇ ਟੀਮ ਲੀਡਰ ਨੇ ਪੰਜਾਬ ਦੇ ਵਿੱਚ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸੇਵਾ ਕਾਰਜ ਦੇ ਵਿੱਚ ਸੰਸਥਾ ਦੀ ਜਿਹੜੀ ਰਹਿਨੁਮਾਈ ਕਰ ਚੁੱਕੇ ਨੇ। ਹੁਣ ਅੱਜ ਵਿਸ਼ਵ ਪੱਧਰ 'ਤੇ ਸਿੱਖਾਂ ਦੀ ਪਹਿਚਾਣ ਬਣੀ ਹੋਈ ਹੈ ਸੇਵਾ ਭਾਵਨਾ। ਚਾਹੇ ਗੋਲੀਆਂ ਵਰਦੀਆਂ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਹੋਣ, ਸਿੱਖਾਂ ਨੇ ਹਮੇਸ਼ਾ ਅੱਗੇ ਆ ਕੇ ਸੇਵਾ ਭਾਵਨਾ ਕੀਤੀ ਹੈ ਔਰ ਦੂਜਿਆਂ ਦੀ ਮਦਦ ਕੀਤੀ ਹੈ। ਬਾਵਜੂਦ ਇਸ 'ਤੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚਾਂਸ ਵੀ ਹੋਏ ਨੇ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਸਿੱਖਾਂ ਦੇ ਉੱਪਰ ਅਟੈਕ ਹੋਏ ਨੇ। ਹੁਣ ਫੈਸਲਾ ਇਹ ਜਨਤਾ ਨੇ ਕਰਨਾ ਹੈ ਕਿ ਜਿਹੜੇ ਸਿੱਖਾਂ ਦੇ ਉੱਪਰ ਅਟੈਕ ਹੋਏ ਨੇ ਸੇਵਾ ਭਾਵਨਾ ਦੇ ਬਾਵਜੂਦ ਉਸ ਦਾ ਜਿਹੜਾ ਖਾਮਿਆਜਾ ਉਸ ਦੇ ਪਿੱਛੇ ਕੌਣ ਹੈ। ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ, NRI ਮੀਡੀਆ।